उड़ीका 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 तेरे आउण दियां उड़ीका 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 तेरे आउण दियां उड़ीका 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 तेरे आउण दियां। ਅੱਜ ਉਡੀਕਾਂ ਪ੍ਰੋਗਰਾਮ ਦੇ ਤਹਿਤ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਦਰਸ਼ਕਾਂ ਲਈ ਅਸੀਂ ਇੱਕ ਵਿਸ਼ੇਸ਼ ਸ਼ਖਸੀਅਤ ਲੈ ਕੇ ਹਾਜ਼ਰ ਹਾਂ, ਪ੍ਰੋਫੈਸਰ ਡਾਕਟਰ ਹਰਗੁਣ ਸਿੰਘ। ਤੋਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਪ੍ਰੋਗਰਾਮ ਉਡੀਕਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਔਰ ਇਸ ਪ੍ਰੋਗਰਾਮ ਦੀ ਸਾਰੀ ਜੋ ਟੀਮ ਹੈਗੀ ਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ, ਸ਼ਮੂਲੀਅਤ ਕਰਵਾਈ ਤੇ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ। ਧੰਨਵਾਦ ਜੀ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡਾ ਪਿਛੋਕੜ ਕੀ ਹੈ? ਜੀ, ਮੇਰਾ ਜਿਹੜਾ ਪਿੰਡ ਆ, ਪਿੰਡ ਇੰਦਣਾ ਕਲਾਸਕੇ, ਜਲੰਧਰ ਡਿਸਟ੍ਰਿਕਟ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈਗਾ ਹੈ। ਜਦੋਂ ਅਸੀਂ ਫਗਵਾੜੇ ਤੋਂ ਮੁਕੰਦਪੁਰ ਜਾਂਦੇ ਆ, ਉਸ ਰੋਡ ਦੇ ਉੱਤੇ ਇਹ ਪਿੰਡ ਹੈ। ਠੀਕ ਹੈ। ਉੱਥੇ ਮੇਰਾ ਜਿਹੜਾ ਜਨਮ ਹੋਇਆ ਔਰ ਅਸੀਂ ਪਰਿਵਾਰ ਦੇ ਵਿੱਚ ਸਾਰੀ ਜੁਆਇੰਟ ਫੈਮਿਲੀ ਆ। ਉਹਦੇ ਵਿੱਚ ਅਸੀਂ 4 ਬ੍ਰਦਰ ਔਰ ਅਸੀਂ 2 ਸਿਸਟਰਸ ਨੇ ਔਰ ਸਾਰੇ ਗ੍ਰਸਤੀ ਜੀਵਨ ਦੇ ਵਿੱਚ ਉਹ ਆਪਣਾ ਜੀਵਨ ਬਸਰ ਕਰ ਰਹੇ ਆ। ਠੀਕ ਹੈ। ਸੋ ਅਸੀਂ ਸਾਰਾ ਪਰਿਵਾਰ ਜਿਹੜਾ ਬਹੁਤ ਖੁਸ਼ੀ ਦੇ ਨਾਲ ਉਹ ਆਪਣਾ ਜੀਵਨ ਬਤੀਤ ਕਰ ਰਹੇ ਆ। ਬਹੁਤ ਵਧੀਆ ਜੀ। ਸਰ, ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਆ ਉਹ ਕਿੱਥੋਂ ਲਈ ਤੇ ਕਿਵੇਂ ਲਈ? ਜੀ, ਮੇਰੀ ਜਿਹੜੀ ਆ ਪ੍ਰਾਇਮਰੀ ਸਕੂਲ ਦੀ ਜਿਹੜੀ ਐਜੂਕੇਸ਼ਨ ਆ ਉਹ ਮੇਰੇ ਪਿੰਡ ਦੇ ਹੀ ਸਕੂਲ ਤੋਂ, ਪ੍ਰਾਇਮਰੀ ਸਕੂਲ ਪਿੰਡ ਇੰਦਣਾ ਕਲਾਸਕੇ ਜੀ, ਉੱਥੋਂ ਮੈਂ ਲਈ। ਉਸ ਤੋਂ ਬਾਅਦ ਉਹ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਮੇਰੀ ਜਿਹੜੀ ਆ ਮਿਡਲ ਆ, ਹਾਈ ਆ ਔਰ ਸੈਕੰਡਰੀ ਆ ਗੁਰੂ ਹਰਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਜੀ, ਉੱਥੋਂ ਮੈਂ ਜਿਹੜੀ ਆ 12ਵੀਂ ਤੱਕ ਦੀ ਜਿਹੜੀ ਵਿੱਦਿਆ ਉਹ ਲਈ। ਉਸ ਤੋਂ ਬਾਅਦ 2003 ਦੇ ਵਿੱਚ ਮੈਨੂੰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਮੇਰੀ ਜਿਹੜੀ ਆ BA ਆ ਵਿਦ ਮਿਊਜ਼ਿਕ ਵੋਕਲ ਔਰ ਉਸ ਤੋਂ ਬਾਅਦ ਮਾਸਟਰ ਮਿਊਜ਼ਿਕ ਵੋਕਲ। ਬਹੁਤ ਵਧੀਆ। ਫਿਰ ਉਸ ਤੋਂ ਬਾਅਦ ਮੈਂ ਫਰਦਰ ਸਟੱਡੀ, ਕਿਉਂਕਿ ਫਾਦਰ ਸਾਹਿਬ ਦਾ ਇੱਕ ਸੁਪਨਾ ਸੀ ਕਿ ਮੈਂ ਹਾਇਰ ਐਜੂਕੇਸ਼ਨ ਇਨ ਮਿਊਜ਼ਿਕ ਦੇ ਵਿੱਚ ਕਰਾਂ। ਸੋ ਉਹਦੇ ਲਈ ਮੈਂ ਵੈਰੀਅਸ ਜਿਹੜੀਆਂ ਯੂਨੀਵਰਸਿਟੀਜ਼ ਸੀ ਮੇਰੀ ਜਿੱਥੇ ਅਪਰੋਚੇਬਲ ਸੀ ਉੱਥੇ ਫਿਰ ਮੈਂ ਐਂਟਰੈਂਸ ਦਿੱਤਾ। ਸਿਲੈਕਸ਼ਨ ਵਾਹਿਗੁਰੂ ਦੀ ਕਿਰਪਾ ਦੇ ਨਾਲ, ਬਜ਼ੁਰਗਾਂ ਦੀ ਆਸ਼ੀਰਵਾਦ ਦੇ ਨਾਲ ਸਾਰੀ ਜਗ੍ਹਾ ਹੋ ਗਈ ਸੀ। ਪਰ ਫਿਰ ਉਸ ਤੋਂ ਬਾਅਦ ਸੂਟੇਬਲ ਜਿਹੜਾ ਮੈਨੂੰ ਸਟੇਸ਼ਨ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੱਗਾ। ਉੱਥੇ ਫਿਰ ਮੈਂ 2008 ਦੇ ਵਿੱਚ MPhil ਮਾਸਟਰ ਆਫ ਫਿਲਾਸਫੀ ਇਨ ਮਿਊਜ਼ਿਕ ਦੇ ਵਿੱਚ ਜੁਆਇਨ ਕੀਤਾ। ਫਿਰ ਉਸ ਤੋਂ ਬਾਅਦ 2011 ਦੇ ਵਿੱਚ ਹੀ ਮੈਂ ਉੱਥੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੀ PhD ਦੀ ਡਿਗਰੀ ਦੇ ਲਈ ਇਨਰੋਲਡ ਹੋ ਗਿਆ। ਸੋ ਇਸ ਤਰ੍ਹਾਂ ਜਿਹੜਾ ਅਕਾਦਮਿਕ ਐਜੂਕੇਸ਼ਨ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਿਹਾ ਜੀ। ਡਾਕਟਰ ਸਾਹਿਬ, ਇੱਕ ਗੱਲ ਹੋਰ ਦੱਸੋ ਵੀ ਤੁਹਾਡਾ ਜਿਹੜਾ ਸੰਗੀਤਕ ਸਫ਼ਰ ਵਾ ਜੀ ਇਹ ਕਿੱਦਾਂ ਸ਼ੁਰੂ ਹੋਇਆ? ਸ਼ੁਰੂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਜਿਹੜਾ ਉਹਦੇ ਬਾਰੇ ਦੱਸੋ। ਮੇਰੀ ਜ਼ਿੰਦਗੀ ਦਾ ਜਿਹਨੂੰ ਅਸੀਂ ਕਹਿੰਦੇ ਕਿ ਮੋਸਟ ਇੰਪੋਰਟੈਂਟ ਕੁਐਸਚਨ ਤੁਹਾਡਾ ਇਹ। ਸੰਗੀਤ, ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਜਿਹੜਾ ਸੰਗੀਤ ਸੀ ਉਹ ਆਪਣੇ ਪਰਿਵਾਰ ਦੇ ਵਿੱਚੋਂ ਹੀ ਮਿਲਿਆ। ਬਹੁਤ ਵਧੀਆ। ਬਹੁਤ ਰੇਅਰ ਗੱਲ ਹੈ ਜੀ। ਰੇਅਰ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਸੰਗੀਤਕ ਜਿਹੜਾ ਵਾਤਾਵਰਨ ਮਿਲਦਾ। ਔਰ ਸਭ ਤੋਂ ਖੁਸ਼ੀ ਦੀ ਗੱਲ, ਸੰਗੀਤ ਵੀ ਕਈ ਤਰ੍ਹਾਂ ਦੇ ਨੇ। ਮੈਨੂੰ ਮੇਰੀ ਖੁਸ਼ੀ ਦੀ ਗੱਲ ਇਹ ਸੀ ਕਿ ਜਿਹੜਾ ਸੰਗੀਤ ਮੈਨੂੰ ਮਿਲਿਆ ਉਹ ਸੰਗੀਤ ਮਿਲਿਆ ਜਿਹੜਾ ਗ੍ਰਾਮੈਟਿਕਲੀ ਇੱਕ ਗ੍ਰਾਮਰ ਦੇ ਵਿੱਚ ਬੜੀ ਸਾਊਂਡ ਸੀ। ਕਿਉਂਕਿ ਬਿਨਾਂ ਕਲਾਸੀਕਲ ਮਿਊਜ਼ਿਕ ਤੋਂ ਅਸੀਂ ਜ਼ਿੰਦਗੀ ਦੇ ਵਿੱਚ, ਸੰਗੀਤ ਦੇ ਵਿੱਚ, ਜੇ ਅਸੀਂ ਭਾਵੇਂ ਵਰਲਡ ਦਾ ਕੋਈ ਵੀ ਸੰਗੀਤ ਤੁਸੀਂ ਲੈਣਾ ਆ ਤੇ ਉਹਦਾ ਜਿਹੜਾ ਬੀਜ ਆ ਉਹ ਹੈਗਾ ਕਲਾਸੀਕਲ ਫਾਰਮ ਜਿਹੜੀ ਉਹਦੀ। ਸੋ ਘਰ ਦੇ ਵਿੱਚ ਜਿਹੜੇ ਮੇਰੇ ਪੜਦਾਦਾ ਜੀ ਸੀ, ਉਸਤਾਦ ਗੇਂਦਾ ਰਾਮ ਜੀ ਔਰ ਉਸ ਤੋਂ ਬਾਅਦ ਦਾਦਾ ਜੀ ਉਸਤਾਦ ਰਾਮਚੰਦ ਮਸਤਾਨਾ ਜੀ, ਪਿਤਾ ਜੀ ਉਸਤਾਦ ਦੇਸਰਾਜ ਜੀ। ਸੋ ਇਹ ਸਾਰੇ ਜਿਹੜੇ ਲੋਕ ਸੀ ਉਹ ਸੰਗੀਤ ਦੇ ਗਿਆਤਾ ਸੀ, ਗੁਰਮਤਿ ਸੰਗੀਤ ਔਰ ਸ਼ਾਸਤਰੀ ਸੰਗੀਤ।
ਉਹ ਉਹਨਾਂ ਦੇ ਬਹੁਤ ਵੱਡੇ ਵਿਦਵਾਨ ਸੀ। ਸੋ ਉਹ ਜਿਹੜਾ ਸੀ ਮੈਨੂੰ ਘਰ ਦੇ ਵਿੱਚੋਂ ਹੀ ਜਿਹੜੀ ਉਹ ਬਹੁਤ ਰੁਚੀ ਮਿਲ ਵਧੀਆ, ਗਈ। ਬਹੁਤ ਵਧੀਆ ਜੀ। ਤੇ ਜਦੋਂ ਫਾਦਰ ਸਾਹਿਬ ਗਾਉਂਦੇ ਸੀ ਜਾਂ ਬਜ਼ੁਰਗਾਂ ਨੂੰ ਮੈਂ ਸੁਣਦਾ ਸੀ ਤੇ ਮੈਂ ਕੋਸ਼ਿਸ਼ ਕਰਦਾ ਕਿ ਵੀ ਮੈਂ ਕੁਝ ਗੁਣਗੁਣਾਵਾਂ। ਤੇ ਪਰ ਖੁਸ਼ਕਿਸਮਤੀ ਇਹ ਸੀ ਕਿ ਉਹ ਸਾਰਾ ਰਾਗਾਤਮਕ ਹੀ ਸੀ, ਕਿਉਂਕਿ ਘਰ ਦੇ ਵਿੱਚ ਰਾਗਾਂ ਦਾ ਸਿਲਸਿਲਾ ਚੱਲਦਾ ਸੀ। ਤੇ ਫਿਰ ਉਸ ਤੋਂ ਬਾਅਦ ਉਹ ਜਿਹੜੀ ਆ ਸਿਲਸਿਲਾ ਜਿਹੜਾ ਆ ਉਹ ਘਰ ਤੋਂ ਹੀ ਸ਼ੁਰੂ ਹੋਇਆ ਤੇ ਚੱਲਦਾ 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 ਪੀਐਚਡੀ ਤੱਕ ਪਹੁੰਚ ਗਿਆ ਤੇ ਅੱਜ ਵੀ ਉਹ ਜਿਹੜਾ ਸਿਲਸਿਲਾ ਚੱਲ ਰਿਹਾ। ਵਾਹ ਜੀ ਵਾਹ, ਤੁਹਾਡੇ ਤਾਂ ਜਿਹੜੇ ਘਰ ਦੀ ਫੁਲਵਾੜੀ ਵਿੱਚੋਂ ਹੀ ਤੁਸੀਂ ਇੱਕ ਹੋਰ ਫੁੱਲ ਨਿਕਲੇ ਆ। ਬਿਲਕੁਲ ਬਿਲਕੁਲ। ਤੁਸੀਂ ਇਹ ਦੱਸੋ ਜਿਹੜਾ ਤੁਸੀਂ ਪੀੜ੍ਹੀਆਂ ਦੀ ਗੱਲ ਕਰਦੇ ਆ ਜੀ। ਕਿ ਤੁਹਾਡੀਆਂ ਜਿਹੜੀਆਂ ਪੀੜ੍ਹੀਆਂ ਤੁਸੀਂ ਦੱਸਦੇ ਵੀ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਿਹਾ ਘਰ ਦੇ ਵਿੱਚ ਜੀ, ਇਹ ਜੀ। ਸੰਗੀਤ ਜੀ। ਤੇ ਉਹਨਾਂ ਦੀਆਂ ਕੋਈ ਬੰਦਿਸ਼ਾਂ ਤੁਹਾਨੂੰ ਕੋਈ ਯਾਦ ਆ ਵੀ ਉਹ ਕੀ ਗਾਉਂਦੇ ਹੁੰਦੇ ਸਨ ਬਿਲਕੁਲ, ਤੇ ਉਦੋਂ ਬਿਲਕੁਲ। ਰਾਗ ਕੀ ਸੀਗੇ, ਕਿੱਦਾਂ ਗਾਉਂਦੇ ਜੀ, ਸੀ ਜੀ, ਉਹ? ਜੀ, ਜੀ। ਉਹਦੀਆਂ ਕੁਝ ਬਣ ਗਈਆਂ ਸਾਨੂੰ ਗਾ ਕੇ ਸੁਣਾਓ। ਮੇਰੇ ਜਿਹੜੇ ਦਾਦਾ ਜੀ ਸੀ ਉਸਤਾਦ ਰਾਮਚੰਦਰ ਮਸਤਾਨਾ ਜੀ, ਐਕਚੁਅਲ ਦੇ ਵਿੱਚ ਉਹਨਾਂ ਨੇ ਹੀ ਮੇਰੀ ਜਿਹੜੀ ਸਿਸਟਮੈਟਿਕਲ 뮤직 ਦੀ ਟ੍ਰੇਨਿੰਗ ਸੀ ਉਹਨਾਂ ਨੇ ਸ਼ੁਰੂ ਕੀਤੀ ਸੀ। ਬਹੁਤ ਵਧੀਆ, ਬਹੁਤ ਵਧੀਆ। ਤੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਬੰਦਿਸ਼ਾਂ ਕੰਪੋਜੀਸ਼ਨਸ ਜਿਹੜੀਆਂ ਹੈਗੀਆਂ ਨੇ ਰਾਗਾਂ ਦੀਆਂ, ਉਹ ਗੁਰਮਤਿ ਸੰਗੀਤ ਦੀਆਂ ਵੀ ਔਰ ਇੰਡੀਅਨ ਕਲਾਸਿਕਲ 뮤직 ਦੀਆਂ ਵੀ ਸਾਡੀਆਂ ਜਿਹੜੀਆਂ ਉਹ ਘਰਾਣੇਦਾਰ ਹੈਗੀਆਂ ਨੇ, ਜਿਹੜੀਆਂ ਫੈਮਿਲੀ ਦੀਆਂ ਬਜ਼ੁਰਗਾਂ ਨੇ ਬਣਾਈਆਂ ਸੀ। ਉਹ ਫਿਰ ਉਸ ਤੋਂ ਬਾਅਦ ਦਾਦਾ ਜੀ ਉਹਨਾਂ ਤੋਂ ਬਾਅਦ ਫਾਦਰ ਸਾਹਿਬ ਤੇ ਫਿਰ ਸਾਡੇ ਤੱਕ ਪਹੁੰਚੇ ਨੇ ਜੀ। ਤੇ ਉਹ ਸਾਡੀਆਂ ਫੈਮਿਲੀ ਦੀਆਂ ਕਹਿ ਲਓ ਕਿ ਘਰਾਣੇ ਦੀਆਂ ਜਿਹੜੀਆਂ ਪਰੰਪਰਾਗਤ ਬੰਦਿਸ਼ਾਂ ਨੇ, ਉਹਨਾਂ ਦੇ ਵਿੱਚੋਂ ਇੱਕ ਮੈਂ ਬੰਦਿਸ਼ ਆਪ ਤੇ ਨਜ਼ਰ ਕਰਦਾ ਆ ਜੀ। ਉਹ ਬੇਸਿਕਲੀ ਗੁਰਮਤਿ ਸੰਗੀਤ ਦੀ ਜਿਹੜੀ ਬੰਦਿਸ਼ ਹੈਗੀ ਆ ਰਾਗ ਸਿਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਰੀ ਬਾਣੀ ਰਾਗਾਤਮਕ ਆ, ਮੋਸਟਲੀ ਜਿਹੜਾ ਉਹਦਾ ਪਾਰਟ ਆ ਤੇ ਉਹਦੇ ਵਿੱਚ ਜਿਹੜੀ ਰਾਗਬੱਧ ਬਾਣੀ ਆ ਉਹ ਸਿਰੀ ਰਾਗ ਤੋਂ ਸ਼ੁਰੂ ਹੁੰਦੀ ਹੈ। ਬਹੁਤ ਪਿਆਰਾ ਰਾਗ ਆ, ਸ਼ਾਮ ਵੇਲੇ ਗਾਇਆ ਜਾਣ ਵਾਲਾ ਰਾਗ ਆ। ਉਹਦੇ ਵਿੱਚ ਰਵਿਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ। ਬਹੁਤ ਵੇ ਸਾਨੂੰ ਗਾ ਕੇ ਤੁਸੀਂ ਸੁਣਾਓ। ਉਹਦਾ ਮੈਂ ਇੱਕ ਜਿਹੜੇ ਸੀ ਬਜ਼ੁਰਗਾਂ ਦੀ ਯਾਦ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਸਿਰੇ ਹੈ ਗੁਰੂ ਜੀ, जो पे हम ना पाप करता अहे अनंता, जो पे हम ना पाप करता अहे अनंता। पतित पावन नाम कैसे हूँ, जो पे हम ना पाप करता हे अनंता, जो पे हम पाप करता हे अनंता। तो हे मोहे मोहे तो हे आतर कैसा, तो हे मोहे मोहे तो हे आतर कैसा। काने काटे कटल तरंग जैसा, जो पे हम पब करता हे अनंता, जो पे हम पब करता हे अनंता। वाह जी वाह, ये तो अनंत बाणी है ते रस किन्नी बाणी। एक बारी तो दर्शकों का आनंद प्रसन्न चित हो गया। बिल्कुल जी। देखो बाणी है। मैं ऐसा पूछूंगा ਤੁਹਾਡੇ ਤੋਂ ਜੀ ਕਿ ਇਹ ਤੇ ਤੁਹਾਡੇ ਪਰਦਾਦਾ ਜੀ ਦੀ ਬੰਦਿਸ਼ ਸੀ। ਬਿਲਕੁਲ ਬਿਲਕੁਲ ਜੀ। ਉਸਤਾਦ ਇੰਦਰ ਰਾਮ ਜੀ ਗੁਰੂ ਦੀ ਅੱਛਾ ਇਹ ਬੰਦਿਸ਼ ਜੀ। ਕੋਈ ਹੋਰ ਆਪਣੀ ਫੈਮਿਲੀ ਦੀ ਕੋਈ ਇੱਕ ਅੱਧੀ ਬਣ ਗਈ ਛੋਟੀ ਜੀ ਸਾਨੂੰ ਉਹ ਵੀ ਦਰਸ਼ਕਾਂ ਨੂੰ ਦੱਸੋ। ਇੱਕ ਮੈਂ ਸ਼ਬਦ ਬੰਦਿਸ਼ ਤੁਹਾਨੂੰ ਰਾਗ ਬਸੰਤ ਜੀ, ਬਹੁਤ ਹੀ ਜਿਹੜਾ ਇੰਪੋਰਟੈਂਟ ਰਾਗ ਆਫ ਗੁਰਮਤਿ ਸੰਗੀਤ ਹੈ। ਜਦੋਂ ਬਸੰਤ ਦਾ ਮੌਸਮ ਹੁੰਦਾ ਹੈ, ਰਿਤੂ ਆਉਂਦੀ ਹੈ, ਬਿਲਕੁਲ ਜੀ, ਉਦੋਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜੋ ਕੀਰਤਨ ਚੌਕੀ ਪਰੰਪਰਾ ਆ, ਉਹਦੇ ਵਿੱਚ ਤਕਰੀਬਨ 1 ਮਹੀਨਾ ਇਹ ਜਿਹੜਾ ਰਾਗ ਬਸੰਤ ਗਾਇਆ ਜਾਂਦਾ। ਬਹੁਤ ਵਧੀਆ। ਉਹਦੇ 'ਚ ਇੱਕ ਦਾਦਾ ਜੀ ਉਸਤਾਦ ਰਾਮਚੰਦਰ ਮਸਤਾਨਾ ਜੀ, ਉਹਨਾਂ ਦੀ ਬੰਦਿਸ਼ ਹੈ ਔਰ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਬਹੁਤ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਬਾਣੀ ਦਾ, ਉਹਨਾਂ ਦੀ ਉਹ ਰਚਨਾ ਹੈ। ਔਰ ਸ਼ਬਦ ਹੈ ਰਾਜਾ ਰਾਮ ਮੌਲਿਆ ਅਨੰਤ ਭਾਈ। ਇਹ ਜਿਹੜਾ ਸਰੂਪ ਮੈਂ ਜਿਸ ਸਰੂਪ ਦੇ ਵਿੱਚ ਤੁਹਾਨੂੰ ਬੋਲ ਕਰਾਂਗਾ, ਇਹਨੂੰ ਪ੍ਰਾਤਨ ਬਸੰਤ ਗੁਰਮਤਿ ਸੰਗੀਤ ਜਾਂ ਬੋਡਾ ਬਸੰਤ ਨਾਮ ਨਾਲ ਵੀ ਜਾਣਿਆ ਜਾਂਦਾ।
ਵਾਹਿਗੁਰੂ ਜੀ। ਰਾਜਾ ਰਾਮ ਮੌਲਿਆ ਅਨੰਤ ਭਏ, ਰਾਜਾ ਰਾਮ ਮੌਲਿਆ ਆਨੰਦ ਭਏ, ਜੈ ਦੇਖੂੰ ਤੈ ਰਹਿਆ ਸਮਾਏ, ਜੈ ਦੇਖੂੰ ਤੈ ਰਹਿਆ ਸਮਾਏ, ਰਾਜਾ ਰਾਮ ਮੌਲਿਆ ਆਨੰਦ ਭਏ, ਰਾਜਾ ਰਾਮ ਮੌਲਿਆ ਆਨੰਦ ਭਏ, ਮੌਲੀ ਧਰਤੀ ਮੌਲਿਆ ਆਕਾਸ, ਮੌਲੀ ਧਰਤੀ ਮੌਲਿਆ ਆਕਾਸ, ਕਟ ਕਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਆਨੰਦ ਭਏ, ਰਾਜਾ ਰਾਮ ਮੌਲਿਆ, ਰਾਜਾ ਰਾਮ ਮੌਲਿਆ, ਰਾਜਾ ਰਾਮ ਮੌਲਿਆ ਆਨੰਦ ਭਏ। ਵਾਹ ਜੀ ਵਾਹ, ਵਾਹ ਜੀ ਵਾਹ। ਪੱਤਝੜ 'ਚ ਸਾਨੂੰ ਬਸੰਤ ਦਾ ਜਿਹੜਾ ਆ ਉਹ ਰਸ ਤੁਸੀਂ ਦਿੱਤਾ ਸਾਡੇ ਦਰਸ਼ਕਾਂ ਨੂੰ। ਬਹੁਤ ਬਹੁਤ ਤੁਹਾਡਾ ਧੰਨਵਾਦ ਇਹਦੇ ਲਈ। ਡਾਕਟਰ ਸਾਹਿਬ, ਇਹ ਤਾਂ ਸਾਨੂੰ ਬੜਾ ਆਨੰਦ ਆ ਗਿਆ ਜੀ। ਹੁਣ ਤੁਸੀਂ ਕੁਝ ਸਾਨੂੰ ਇੱਕ ਦੋ ਗਾਣੀਆਂ ਜਿਹੜੀਆਂ ਇੰਡੀਅਨ ਕਲਾਸੀਕਲ 뮤직 ਦੀਆਂ ਵੀ, ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਬਿਲਕੁਲ ਜੀ। ਮੇਰੇ ਪਿਤਾ ਜੀ ਉਸਤਾਦ ਦੇਸਰਾਜ ਜੀ, ਉਹਨਾਂ ਦੀ ਇੱਕ ਮੌਲਿਕ ਰਚਨਾ ਹੈ ਜੋ ਰਾਗ ਭੈਰਵ ਦੇ ਵਿੱਚ ਬਹੁਤ ਨਿਬੱਧ ਹੈ, ਬਹੁਤ ਵਧੀਆ। ਔਰ ਸਵੇਰ ਦਾ ਰਾਗ ਵੈਰੀ अर्ਲੀ ਮਾਰਨਿੰਗ ਰਾਗ ਆਫ ਇੰਡੀਅਨ ਕਲਾਸੀਕਲ 뮤직, ਔਰ ਉਹਦਾ ਜਿਹੜਾ ਸਾਰਾ ਬੰਦਿਸ਼ ਦਾ ਮਾਹੌਲ ਹੈਗਾ ਆ ਉਹ ਵੀ ਸਵੇਰ ਦਾ ਹੀ ਹੈ ਜੀ। ਇੱਕ ਮਨੁੱਖ ਨੂੰ ਜਾਗਣ ਦੀ ਜਿਹੜੀ ਉਹਦੇ ਵਿੱਚ ਬੇਨਤੀ ਆ ਕਿ ਜਿਹੜਾ ਜੀਵਨ ਦਾ ਸਫ਼ਰ ਆ ਇਹ ਚੱਲਦਾ ਜਾ ਰਿਹਾ ਆ, ਤੇ ਉੱਠ ਕੇ ਆਪਣਾ ਜਿਹੜਾ ਆ ਇਹਨੂੰ ਸਵਾਰ ਸਿਮਰਨ ਕਰ। ਸੋ ਇਸ ਤਰ੍ਹਾਂ ਦੀ ਬੰਦਿਸ਼ ਹੈਗੀ ਆ, ਉਹ ਮੈਂ ਆਪਣੀ ਨਜ਼ਰ ਕਰ ਰਿਹਾ। जाग जाग अब तो मन जाग, जाग जाग अब तो मन जाग, नींदिया को अब त्याग रे, जाग जाग अब तो मन जाग, जाग जाग अब तो मन जाग, नित्य उठ ध्यान प्रभु का दर तू, नित्य उठ ध्यान प्रभु का दर तू, कट जाए सब पाप रे, कट जाए सब पाप रे, जाग जाग अब तो मन जाग, जाग 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 अब तो मन जाग। ਦਰਅਸਲ ਤੁਸੀਂ ਕਲਾਸੀਕਲ ਦੇ ਵਿੱਚ ਤਾਂ ਸਾਡਾ ਰੰਗ ਬੰਨ੍ਹ ਦਿੱਤਾ ਜੀ। ਤੁਸੀਂ ਪੰਜਾਬ ਦੀ ਮਿੱਟੀ 'ਚੋਂ ਪੈਦਾ ਹੋਏ ਆ, ਪੰਜਾਬ ਦੀ ਮਿੱਟੀ ਨਾਲ ਤੁਹਾਡਾ ਤੇਲ ਮੂੰਹ ਆ, ਬਿਲਕੁਲ। ਤੇ ਪੰਜਾਬੀ ਵਿਰਸਾ ਤੇ ਪੰਜਾਬੀ ਕਲਚਰ, ਇਹਦੇ ਬਾਰੇ ਵੀ ਮੈਂ ਚਾਹੂੰਗਾ ਕਿ ਦਰਸ਼ਕਾਂ ਦੇ ਨਾਲ ਇੱਕ ਹੋਰ
ਵੰਨਗੀ ਪੇਸ਼ ਕਰੋ ਜੀ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਪੰਜਾਬ ਦੇ ਵਿੱਚ ਉਹਨਾਂ ਗੀਤਾਂ ਦੇ ਵਿੱਚੋਂ ਢੋਲੇ ਮਾਹੀਆ ਟੱਪੇ ਸਾਡੇ ਪੁਰਾਣੇ, ਬਿਲਕੁਲ, ਉਹਨਾਂ ਦੇ ਬਿਲਕੁਲ। ਵਿੱਚੋਂ ਵੀ ਕੋਈ ਨਾ ਕੋਈ ਸਾਨੂੰ ਵੰਨਗੀ ਦਿਓ। ਅਸਲ ਦੇ ਵਿੱਚ ਜਿਹੜਾ ਇੰਡੀਅਨ ਕਲਾਸਿਕਲ 뮤직 ਆ ਜੀ ਉਹਦਾ ਬੇਸ ਲੋਕ ਸੰਗੀਤ ਦੀ ਹੈ। ਬਿਲਕੁਲ ਪਹਿਲਾਂ ਲੋਕ ਸੰਗੀਤ ਜਿਹੜਾ ਉਹ ਪੈਦਾ ਹੋਇਆ ਬਿਲਕੁਲ ਜਦੋਂ ਸ਼ਾਸਤਰਕਾਰਾਂ ਦੇ ਹੱਥਾਂ ਦੇ ਵਿੱਚ ਗਿਆ, ਜੀ। ਉਹਨਾਂ ਦੇ ਉੱਪਰ ਗ੍ਰਾਮਰ ਨੂੰ ਲਗਾ ਕੇ ਸ਼ਾਸਤਰੀ ਸੰਗੀਤ ਬਣਾ ਦਿੱਤਾ ਗਿਆ। ਬਣਾਤਾ ਸੋ ਲੋਕ ਸੰਗੀਤ ਜਿਹੜਾ ਹੈ ਬਹੁਤ ਹੀ, ਉਹ ਤਾਂ ਬੇਸ ਆ, ਉਹ ਜੀ, ਜੜ ਹੈ ਨਾ। ਬਿਲਕੁਲ ਸੋ ਮੇਰੀ ਜਿਹੜੀ ਦਾਦੀ ਜੀ ਸੀ, ਹਮ। ਸ਼੍ਰੀਮਤੀ ਨਾਮੀ ਜੀ, ਹੂੰ ਉਹਨਾਂ ਦੇ ਕੋਲ ਇੱਕ ਲੋਕ ਸੰਗੀਤ ਦਾ ਬਹੁਤ ਵੱਡਾ ਏਰੀਆ ਹੈਗਾ ਜਿਹਨੂੰ ਅਸੀਂ ਔਰਤਾਂ ਦੇ ਲੋਕ ਗੀਤ ਕਹਿੰਦੇ ਨੇ। ਖਜ਼ਾਨਾ ਸੀ ਬਿਲਕੁਲ। ਤੇ ਬਹੁਤ ਵਧੀਆ। ਉਹ ਉਹਨਾਂ ਦੇ ਕੋਲ ਸੁਹਾਗ ਦੀਆਂ ਬਹੁਤ ਵੰਨਗੀਆਂ, ਹਾਂ। ਉਸ ਤੋਂ ਬਾਅਦ ਘੋੜੀਆਂ, ਹਾਂਜੀ। ਉਸ ਤੋਂ ਬਾਅਦ ਮਾਈਏ ਦੇ ਟੱਪੇ। ਹਾਂ। ਸੋ ਇਹ ਉਹ ਆਪਣਾ ਜਿਹੜਾ ਫੀਲਡ ਸੀ ਉਹਦੇ ਵਿੱਚ ਬੜਾ ਉਹ ਉਹਨਾਂ ਦਾ ਸ਼ੌਕ ਬਹੁਤ ਸੀ। ਸੀ ਉਹਨਾਂ ਕੋਲ, ਜਿੱਦਾਂ ਬਿਲਕੁਲ, ਕਿ ਕਹਿੰਦੇ ਸੀ ਬਿਲਕੁਲ। ਮਾਈਆਂ ਜਿੰਨੇ ਵੀ ਜਾਈਆਂ। ਬਿਲਕੁਲ ਜਿੰਨੇ ਵੀ ਸਾਡੇ ਜਿਹੜੇ ਆ ਸੰਸਕਾਰ ਨੇ ਜੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ, ਉਹਨਾਂ ਦੇ ਨਾਲ ਸੰਬੰਧਿਤ ਜਿਹੜਾ ਬਹੁਤ ਵਿਸ਼ਾਲ ਜਿਹੜਾ ਇੱਕ ਲੋਕ ਸੰਗੀਤ ਦਾ ਸਿਸਟਮ ਆ, ਉਹ ਉਹਨਾਂ ਦੇ ਕੋਲ ਸੀ। ਮਾਈਆਂ ਜਾਗਰ ਜਾਈਆਂ ਕਹਿੰਦੇ ਨਾ। ਜੀ, ਜੀ, ਬਿਲਕੁਲ, ਤੇ ਜਿਹੜੀ ਬਿਲਕੁਲ। ਉਹਨਾਂ ਦੀਆਂ ਜਿਹੜੇ ਸੰਗੀਤ ਅੱਜ ਵੀ ਉਹ ਅਜੇ ਸਾਡੇ ਕੋਲ ਬਿਲਕੁਲ। ਹੈਗਾ ਆ, ਵਿਰਸਾ ਪੁਰਾਣੀਆਂ ਮਾਈਆਂ ਕੋਲ ਬਿਲਕੁਲ, ਚਲੇ ਜਾਓ ਬਿਲਕੁਲ। ਤੁਹਾਨੂੰ ਮਿਲ ਜਾਂਦਾ। ਬਿਲਕੁਲ। ਤੇ ਉਹਦੇ ਵਿੱਚੋਂ ਇੱਕ ਦੋ ਬਣ ਕੇ ਸਾਨੂੰ ਸੁਣਾ ਦਿਓ। ਜੀ ਤੇ ਉਹ ਜਦੋਂ ਆਮ ਤੌਰ ਤੇ ਸ਼ੌਕ ਦੇ ਨਾਲ ਗਾਇਆ ਕਰਦੇ ਸੀ, ਤੇ ਉਹਨਾਂ ਦੇ ਕੋਲੋਂ ਜੋ ਮੈਂ ਸਿੱਖਿਆ, ਇੱਕ ਸੁਹਾਗ ਆਪਣੀ ਨਜ਼ਰ ਕਰਾਂਗਾ ਔਰ ਇੱਕ ਮਾਈਏ ਦਾ ਰੂਪ ਜਿਹੜਾ ਪ੍ਰਾਪਤ ਨੇ, ਤੇ ਜਿਹੜਾ ਮੈਨੂੰ ਮੇਰੀ ਦਾਦੀ ਜੀ ਨੇ ਮੈਨੂੰ ਸਿਖਾਇਆ। ਇਹ ਮਾਈਏ ਦਾ ਇੱਕ ਪ੍ਰਕਾਰ ਹੈ ਜਿਹੜਾ ਮੈਂ ਤੁਹਾਡੇ ਨਾਲ ਸਿਖਾਉਣ ਲੱਗਾ। ਦੋ ਪੱਤਰ ਅਨਾਰਾਂ ਦੇ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਦੋ ਪੱਤਰ ਅਨਾਰਾਂ ਦੇ, ਮਾਇਆ ਤੇਰੇ ਪਿਆਰ ਬਿਨਾ ਵੇ ਮੈਂ ਮਰਦੀ ਜਾਵਾਂ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ। ਮਾਇਆ ਤੇਰੇ ਪਿਆਰ ਬਿਨਾ ਵੇ ਮੈਂ ਮਰਦੀ ਜਾਵਾਂਗੇ। ਬਹੁਤ ਵਧੀਆ। ਫੁੱਲ ਸਜਰੇ ਤੋੜੀ ਨਾ, ਫੁੱਲ ਸਜਰੇ ਤੋੜੀ ਨਾ, ਰੱਬ ਭਾਵੇਂ ਰੁੱਸ ਜਾਵੇ, ਉਹ ਮਾਇਆ ਤੂੰ ਮੁਖ ਮੋੜੀ ਨਾ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਰੱਬ ਭਾਵੇਂ ਰੁੱਸ ਜਾਵੇ, ਉਹ ਮਾਇਆ ਤੂੰ ਮੁਖ ਮੋੜੀ ਨਾ। ਸੋ ਹਾਂ, ਇਹਦੇ ਨਾਲ ਹੀ ਇੱਕ ਹੋਰ ਵੈਰਾਈਟੀ ਇਹਨਾਂ ਦੀ। ਜੀ, ਜੀ। ਇੱਕ ਸੁਹਾਗ ਦਾ ਵੀ। ਸੁਹਾਗ ਵੀ ਇਹ ਆਪਣਾ ਇੱਕ ਜੀ। ਪਾਰਟ ਐਂਡ ਪਾਰਸਲ ਆਫ ਪੰਜਾਬੀ ਕਲਚਰ। ਬਿਲਕੁਲ ਪਰ ਇਹ ਜਿਹੜਾ ਸੁਹਾਗ ਆ, ਇਹ ਬਹੁਤ ਗੁਣਗੁਣਾਇਆ ਕਰਦੇ ਸੀ। ਅੱਛਾ। ਤੇ ਮੈਨੂੰ ਚੰਗਾ ਲੱਗਦਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਦਾਦੀ ਜੀ ਮੈਨੂੰ ਵੀ ਸਿਖਾਓ। ਤੇ ਮੈਨੂੰ ਉਹਨਾਂ ਦੀ ਐਗਜ਼ੈਕਟ ਡੇਟ ਤਾਂ ਯਾਦ ਨਹੀਂ ਸੀ, ਸੈਕਿੰਡ ਥਰਡ ਦੇ ਵਿੱਚ ਹੋਵਾਂਗਾ ਜਦੋਂ ਉਹਨਾਂ ਨੇ ਸਿਖਾਇਆ ਸੀ। ਉਹ ਫਿਰ ਹੁਣ ਤੱਕ ਪਰਪੱਕ ਹੋ ਗਿਆ ਨਾ ਜੀ। ਅੱਛਾ, ਹੁਣ ਜਾਂਦੇ ਜਾਂਦੇ ਸਾਨੂੰ ਇਹ ਦੱਸੋ ਵੀ ਜਿਹੜੀਆਂ ਤੁਸੀਂ ਸੰਗੀਤਕ ਖੋਜਾਂ ਕੀਤੀਆਂ ਜੀ, ਉਹ ਕੀ ਸਨ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦੇ ਲਈ ਹੋਰ ਕੀ ਪਲੈਨਿੰਗ ਕਰ ਰਹੇ ਹੋ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਹ ਵੀ ਜਿਹੜਾ ਕੁਐਸਚਨ ਮੇਰਾ ਪਸੰਦੀਦਾ ਆ। 2011 ਦੇ ਵਿੱਚ ਮੈਂ PhD ਜਦੋਂ ਸ਼ੁਰੂ ਕੀਤੀ ਤਾਂ ਉਹਦੇ ਲਈ ਜਿੰਨੀਆਂ ਪੰਜਾਬ ਦੀਆਂ ਯੂਨੀਵਰਸਿਟੀ ਸੀ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਯੂਨੀਵਰਸਿਟੀਆਂ ਸੀ, ਉੱਥੇ ਮੈਂ ਗਿਆ ਵੀ ਮੈਂ ਸਬਜੈਕਟ ਚੂਜ਼ ਕਰਨਾ ਸੀ। ਤੇ ਜਿੰਨੇ ਪਹਿਲਾਂ ਵਰਕ ਹੋਏ ਸੀ ਉਹ ਮੈਂ ਸਾਰੇ ਥਰੂ ਆਊਟ ਹੋਣਾ ਸੀ ਵੀ ਕਿੰਨੇ ਕੁ ਵਰਕ ਹੋਏ ਆ, ਕਿਹੜੇ ਟੌਪਿਕ ਦੇ ਉੱਤੇ ਹੋਇਆ। ਤੇ ਮੇਰਾ ਇੰਟਰਸਟ ਜਿਹੜਾ ਸੀ ਉਹ ਘਰ ਦਾ ਮਾਹੌਲ ਸਾਰਾ ਜਿਹੜਾ ਸੀ ਗੁਰਮਤਿ ਸੰਗੀਤ ਨਾਲ ਰਿਲੇਟਡ ਹੋਣ ਕਰਕੇ ਤੇ ਗੁਰਮਤਿ ਸੰਗੀਤ ਦੇ ਵਿੱਚ ਮੈਂ ਕੁਝ ਕਰਨਾ ਚਾਹੁੰਦਾ ਸੀ ਜੀ। ਤੇ ਵੈਸੇ ਵੀ ਜੋ ਮੇਰੀ ਫਾਈਂਡਿੰਗ ਸੀ ਕਿ ਉਹਦੇ ਵਿੱਚ ਉਹ ਜਿਹੜਾ ਵਿਸ਼ਾ ਸੀ, ਸਬਜੈਕਟ ਜਿਹੜਾ ਸੀ ਉਹ ਮੈਨੂੰ ਨਹੀਂ ਮਿਲਿਆ ਸੀ। ਸੋ ਮੈਂ ਕੋਸ਼ਿਸ਼ ਕੀਤੀ ਕਿ ਮੈਂ ਗੁਰਮਤਿ ਸੰਗੀਤ ਦੇ ਵਿੱਚ ਕੰਮ ਕਰਾਂ, ਪਰ ਉਹਦੇ ਵਿੱਚ ਮੈਂ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਬੀਰ ਜੀ, ਨਾਮਦੇਵ ਜੀ ਔਰ ਰਵਿਦਾਸ ਜੀ ਦੀ ਬਾਣੀ ਆ, ਉਹਦਾ ਜਿਹੜਾ ਸੀ ਮਿਊਜ਼ੀਕਲ ਸਟੱਡੀ ਜਿਹੜੀ ਆ ਉਹ ਮੈਂ ਕੀਤੀ। ਤੇ ਔਰ ਮੈਨੂੰ ਇਸ ਗੱਲ ਦਾ ਫਖਰ ਮਹਿਸੂਸ ਕਰ ਰਿਹਾ ਕਹਿੰਦੇ ਆ ਕਿ ਮੈਂ ਲਗਾਤਾਰ 6 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਜੋ ਸੰਗੀਤ ਵਿਭਾਗ ਹੈਗਾ ਆ, ਉਹਦਾ ਜਿਹੜਾ ਸੀ ਸਭ ਤੋਂ ਮੋਸਟ ਸੀਨੀਅਰ ਰਿਸਰਚ ਸਕਾਲਰ ਵੀ ਰਿਹਾ।
ਔਰ ਉਹਨਾਂ ਦਿਨਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਥੀਸਿਸ ਵਰਕ ਦੇ ਨਾਲ ਬਹੁਤ ਸਾਰੇ ਰਿਸਰਚ ਪੇਪਰ ਲਿਖੇ ਔਰ ਉਹ ਸਿਲਸਿਲਾ 2011 ਦਾ ਚੱਲਿਆ, ਉਹ ਅੱਜ ਤੱਕ ਚੱਲ ਰਿਹਾ ਹੈ। ਇਹ ਵੱਡੀ ਖੋਜ ਸੀ ਤੁਹਾਡੀ ਜੀ। ਸੋ ਉਹ ਜਿਹੜੇ ਸਿਲਸਿਲਾ ਜਿਹੜਾ ਅੱਜ ਤੱਕ ਵੀ ਚੱਲ ਰਿਹਾ, ਉਹਦੇ ਵਿੱਚ ਹੁਣ ਤੱਕ ਥੀਸਿਸ ਤਾਂ ਮੇਰਾ PhD ਦਾ ਹੈ ਹੀ ਆ। ਉਸ ਤੋਂ ਬਿਨਾਂ ਬਾਣੀ ਸ੍ਰੀ ਰਵਿਦਾਸ ਜੀ ਉਹ ਰਾਗ ਰਤਨਾਵਲੀ ਭਾਗ ਪਹਿਲਾ ਭਾਗ ਦੂਸਰਾ ਇਹ ਜਿਹੜੇ ਪਬਲਿਸ਼ ਹੋ ਚੁੱਕੇ ਨੇ, ਤੇ ਤੀਸਰੀ ਜਿਹੜੀ ਬੁੱਕ ਆ ਅਦੀ ਉਹ ਵੈਰੀ ਸੂਨ ਉਹ ਵੀ ਅਸੀਂ ਰਿਲੀਜ਼ ਕਰ ਰਹੇ ਹਾਂ। ਇਸ ਤੋਂ ਬਿਨਾਂ ਜਿਹੜੇ ਮੇਰੇ 10 ਰਿਸਰਚ ਪੇਪਰ ਸੰਗੀਤ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ 10 ਜਿਹੜੇ ਰਿਸਰਚ ਪੇਪਰ ਉਹ ਰੈਫਰਡ ਜਿਹੜੇ ਜਰਨਲ ਹੁੰਦੇ ਨੇ, ਜਿਹੜੇ ਪ੍ਰਮਾਣਿਤ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੇ ਆ ਉਹ ਪਬਲਿਸ਼ ਹੋ ਚੁੱਕੇ ਨੇ। ਔਰ 12 ਰਿਸਰਚ ਪੇਪਰ ਜਿਹੜੇ ਮੈਂ ਵੱਖ-ਵੱਖ ਕਾਨਫਰੰਸਿਸ ਜਿਹੜੀਆਂ ਨੇ ਨੈਸ਼ਨਲ ਲੈਵਲ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ, ਉਹਦੇ ਵਿੱਚ ਉਹ ਪੇਪਰ ਜਿਹੜੇ ਆ ਪ੍ਰੈਜ਼ੈਂਟ ਕਰ ਚੁੱਕਾ ਆ। ਔਰ ਇਹ ਜਿਹੜੀ ਖੋਜ ਆ ਇਹ ਤਾਂ ਜੀ ਇੱਕ ਜਿਹਨੂੰ ਅਸੀਂ ਕਹਿ ਲੈਂਦੇ ਕਿ ਪੈਸ਼ਨ ਹੈ ਮੇਰਾ, ਨਿਰੰਤਰ ਚੱਲਦੀ ਬਿਲਕੁਲ। ਤੋਂ ਅੱਜ ਵੀ ਜਿਹੜੇ ਆ ਕਈ ਪੁਸਤਕਾਂ ਦੇ ਕੰਮ ਜਿਹੜੇ ਲੋਕ ਸੰਗੀਤ ਦੇ ਉੱਤੇ ਮੈਂ ਕੰਮ ਕਰ ਰਿਹਾ, ਉਹ ਬੁੱਕ ਵੀ ਲਗਭਗ ਜਿਹੜੀ ਆ ਉਹ ਕੰਪਲੀਟ ਹੋਣ ਦੇ। ਡਾਕਟਰ ਸਾਹਿਬ ਜਿਹੜਾ ਤੁਹਾਡਾ ਟੌਪਿਕ ਸੀਗਾ PhD ਦਾ, ਉਹ ਟੌਪਿਕ ਦਾ ਨਾਮ ਕੀ ਸੀ? ਉਸ ਟੌਪਿਕ ਦਾ ਜਿਹੜਾ ਐਕਚੁਅਲ ਦੇ ਵਿੱਚ ਨਾਮ ਸੀ ਭਗਤ ਕਬੀਰ, ਨਾਮਦੇਵ ਅਤੇ ਰਵਿਦਾਸ ਬਾਣੀ ਸੰਗੀਤਿਕ ਪ੍ਰਭੇਦ। ਹਾਂਜੀ, ਮੇਰਾ PhD ਦਾ ਵਿਸ਼ਾ ਸੀ। ਬਹੁਤ ਵਧੀਆ। ਸੋ ਬਹੁਤ ਕੁਝ ਉਸ ਵਿਸ਼ੇ ਨੇ ਦਿੱਤਾ ਜੇ ਅੱਜ ਰੋਟੀ ਖਾ ਰਹੇ ਆ ਸੇ ਉਹ ਜਿਹੜੇ PhD ਔਰ ਸਬਜੈਕਟ ਦੀ ਬਦੌਲਤ। ਠੀਕ ਹੈ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਤੇ ਨਾਲ ਸਾਨੂੰ ਰਸ ਭਿੰਨਾ ਕੀਰਤਨ ਵੀ ਸਿਖਾਇਆ, ਦੱਸਿਆ ਵੀ, ਤੇ ਨਾਲ ਤੁਸੀਂ ਸਾਨੂੰ ਲੋਕ ਗੀਤ ਵਿਰਸੇ ਵੀ ਸਾਨੂੰ ਸਾਰੇ ਗਾ ਕੇ ਸੁਣਾਇਆ। ਅਸੀਂ ਤੁਹਾਡਾ ਆਪਣੇ ਉਡੀਕਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਇਹ ਸਨ ਪ੍ਰੋਫੈਸਰ ਡਾਕਟਰ ਹਰਗੁਣ ਸਿੰਘ, ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਕਿਸੇ ਹੋਰ ਵਿਲੱਖਣ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਧੰਨਵਾਦ। ਉਡੀਕਾਂ ਤੇਰੇ